जी आयन ਨੂੰ ਪਿਆਰੇ ਵਿਦਿਆਰਥੀਓ ਸੀਨੀਅਰ ਸੈਕੰਡਰੀ ਕਲਾਸਿਸ ਅਰਥਾਤ 11th ਐਂਡ 12th ਕਲਾਸ ਦੀ ਇੰਗਲਿਸ਼ ਦੀ ਕਿਤਾਬ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 3 ਪ੍ਰੈਪੋਜੀਸ਼ਨਸ ਉਸ ਦੀਆਂ ਅਗਲੀਆਂ ਤਿੰਨ ਐਕਸਰਸਾਈਜ਼ਸ 13 14 ਅਤੇ 15 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ ਅਤੇ ਆਨਸਰਸ ਨੂੰ ਕਾਪੀ ਡਾਊਨ ਕਰ ਲਓ, ਪਰ ਮਗਰੋਂ ਦੀ ਇਹਨਾਂ ਐਕਸਰਸਾਈਜ਼ਸ ਨੂੰ ਬਿਨਾਂ ਦੇਖੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ। ਇਸੇ ਚੈਨਲ ਦੇ ਉੱਤੇ ਇੱਕ 11th ਮੈਥ ਦੀ ਵੀ ਪਲੇਲਿਸਟ ਹੈ ਜਿਹਦੇ ਵਿੱਚ ਮੈਥ ਦੇ 3 ਚੈਪਟਰ ਖਤਮ ਕਰ ਦਿੱਤੇ ਗਏ ਨੇ। ਸੋ ਜਿਹੜੇ ਬੱਚੇ 11ਵੀਂ ਵਿੱਚ ਹਨ ਅਤੇ ਉਹਨਾਂ ਕੋਲ ਮੈਥ ਹੈਗਾ ਅਤੇ ਉਹ ਜ਼ਰੂਰ ਇਹ ਵਾਲੀ ਪਲੇਲਿਸਟ ਦੇਖਣ ਅਤੇ ਉਹਦੇ ਵਿੱਚ ਤੁਹਾਨੂੰ ਹੱਲ ਕੀਤੇ ਹੋਏ ਸਵਾਲ ਜਿਹੜੇ ਨੇ ਮੈਥ ਦੇ ਸਾਰੇ ਮਿਲ ਜਾਣਗੇ। ਸੋ ਆਓ ਸ਼ੁਰੂ ਕਰੀਏ। ਸੋ ਫਿਲ ਇਨ ਦੀ ਬਲੈਂਕਸ ਵਿਦ ਐਪਰੋਪਰੀਏਟ ਪ੍ਰੈਪੋਜੀਸ਼ਨਸ ਹੈ ਇੱਕ ਸਾਂਝਾ ਇੰਸਟਰਕਸ਼ਨ ਹੈਗੀ ਹੈ ਸਾਰੀ ਐਕਸਰਸਾਈਜ਼ ਵਾਸਤੇ। ਸੋ ਮੈਲਕਮ ਵਾਜ਼ ਵਾਕਿੰਗ ਅਲੋਂਗ ਅ ਕ੍ਰੀਕ। ਕ੍ਰੀਕ ਹੁੰਦੀ ਹੈ ਵਹਿਣ ਜੋ ਨਦੀ ਤੋਂ ਛੋਟਾ ਹੁੰਦਾ ਹੈ, ਨਾਲਾ ਕਹਿ ਲਓ, ਚੋ ਕਹਿ ਲਓ। ਸੋ ਮੈਲਕਮ ਜਿਹੜਾ ਸੀ ਉਹ ਚੋ ਦੇ ਨਾਲ ਨਾਲ ਤੁਰਦਾ ਪਿਆ ਸੀ। ਹੀ ਸੌ ਦਾ ਗ੍ਰਿਜ਼ਲੀ। ਗ੍ਰਿਜ਼ਲੀ ਬੱਚਿਓ ਇੱਕ ਭੂਰੇ ਰੰਗ ਦਾ ਭਾਲੂ ਹੁੰਦਾ, ਰਿਛ ਹੁੰਦਾ, ਬੜਾ ਵੱਡੇ ਸਾਈਜ਼ ਦਾ, ਅਤੇ ਇਹ ਜ਼ਿਆਦਾਤਰ ਨਾਰਥ ਅਮਰੀਕਾ ਵਿੱਚ ਪਾਇਆ ਜਾਂਦਾ ਹੈ। ਉਹਦਾ ਨਾਂ ਰਿਛ ਦਾ ਸਪੈਸ਼ਲ ਨਾਂ ਗ੍ਰਿਜ਼ਲੀ ਹੈ। ਭੂਰੇ ਰੰਗ ਦਾ ਹੁੰਦਾ, ਕਾਲੇ ਰੰਗ ਦਾ ਨਹੀਂ ਹੁੰਦਾ ਅਤੇ ਵੱਡੇ ਸਾਈਜ਼ ਦਾ ਹੁੰਦਾ ਹੈ। ਹੀ ਸੌ ਦੀ ਗ੍ਰਿਜ਼ਲੀ ਐਟ ਅ ਡਿਸਟੈਂਸ ਆਫ 20 yards। ਯਾਰਡ ਮੈਨੇ ਗਜ, ਗਜ਼ 20 ਗਜ਼ ਦੀ ਦੂਰੀ ਤੇ ਉਹਨੇ ਗ੍ਰਿਜ਼ਲੀ ਨੂੰ ਵੇਖਿਆ। ਦੀ ਗ੍ਰਿਜ਼ਲੀ ਪਾਉਂਸਡ, ਪਾਉਂਸ ਮੈਨੇ ਝਪੱਟਾ ਮਾਰ ਕੇ, ਛਾਲ ਮਾਰ ਕੇ ਝਪੱਟਾ ਮਾਰਨਾ, ਛਾਲ ਮਾਰਨੀ। ਦੀ ਗ੍ਰਿਜ਼ਲੀ ਪਾਉਂਸਡ ਅਪੋਨ ਬਾਬ। ਬਾਬ ਨਾਂ ਹੈਗਾ ਕੁੜੀ ਦਾ। ਇਹ ਕਹਾਣੀ ਸੀ ਮੈਲਕਮ ਐਂਡ ਬਾਬ ਦੀ, ਮੈਂ ਲੱਗਦਾ 11ਵੀਂ 12ਵੀਂ ਸਾਡੇ ਕਹਾਣੀ ਸੀਗੀ, ਗ੍ਰਿਜ਼ਲੀ ਦਾ ਅਟੈਕ ਸੀਗਾ। ਦੀ ਗ੍ਰਿਜ਼ਲੀ ਪਾਉਂਸਡ ਅਪੋਨ ਬਾਬ ਅਰਥਾਤ ਜਿਹੜਾ ਰਿਚ ਸੀ ਉਹ ਭਾਲੂ ਸੀਗਾ ਗ੍ਰਿਜ਼ਲੀ, ਉਹਨੇ ਬਾਬ ਉੱਤੇ ਝਪੱਟਾ ਮਾਰਿਆ, ਛਾਲ ਮਾਰੀ। ਮੈਲਕਮ ਵਾਜ਼ ਸਟੈਂਡਿੰਗ ਇਨ ਫਰੰਟ ਆਫ ਦੀ ਗ੍ਰਿਜ਼ਲੀ ਐਂਡ ਬਾਰਬ। ਜਿਹੜਾ ਮੈਲਕਮ ਸੀਗਾ ਬਾਰਬ ਦੇ ਨਾਲ ਮੁੰਡਾ, ਮੈਲਕਮ ਉਹਦਾ ਨਾਂ, ਇਨ ਫਰੰਟ ਆਫ ਸਾਹਮਣੇ ਗ੍ਰਿਜ਼ਲੀ ਦੇ ਤੇ ਬਾਬ ਦੇ ਸਾਹਮਣੇ ਖੜਾ ਸੀ। ਸੇ ਅਗਰ ਸ਼ੀ ਕੈਪਟ ਸਲਿਪਿੰਗ ਆਫ ਦੀ ਆਈਸ ਵੀ ਆ ਸਕਦਾ ਹੈ, ਸ਼ੀ ਕੈਪਟ ਸਲਿਪਿੰਗ ਔਨ ਦੀ ਆਈਸ ਵੀ ਆ ਸਕਦਾ ਹੈ। ਦੋਨਾਂ ਦਾ ਅਰਥ ਵੱਖਰਾ ਵੱਖਰਾ ਹੋ ਜਾਏਗਾ। ਸ਼ੀ ਕੈਪਟ ਸਲਿਪਿੰਗ ਆਫ ਦੀ ਆਈਸ ਇਹਦਾ ਮਤਲਬ ਹੈ ਉਹ ਬਰਫ਼ ਤੋਂ ਮੁੜ ਮੁੜ ਕੇ ਤਿਲਕਦੀ ਰਹੀ, ਬਰਫ਼ ਤੋਂ ਤਿਲਕਦੀ ਰਹੀ, ਬਰਫ਼ ਤੋਂ ਤਿਲਕ ਕੇ ਪਰੇ ਜਾ ਕੇ। ਤੇ ਸ਼ੀ ਕੈਪਟ ਸਲਿਪਿੰਗ ਔਨ ਦਾ ਆਈਸ ਅਰਥਾਤ ਆਈਸ ਵਾਲੀ ਬਹੁਤ ਵੱਡਾ ਸਟੇਜ ਹੈਗਾ, ਫੈਲੀ ਹੋਈ ਹੈ। ਸ਼ੀ ਕੈਪਟ ਸਲਿਪਿੰਗ ਔਨ ਦਾ ਆਈਸ ਉਹ ਬਰਫ਼ ਉੱਤੇ ਤਿਲਕਦੀ ਰਹੀ। ਸ਼ੀ ਕੈਪਟ ਸਲਿਪਿੰਗ ਔਨ ਦਾ ਆਈਸ ਉਹ ਬਰਫ਼ ਉੱਤੇ ਤਿਲਕਦੀ ਰਹੀ। ਸਲਿਪਿੰਗ ਆਫ ਦੀ ਆਈਸ ਉਹ ਬਰਫ਼ ਤੋਂ ਤਿਲਕਦੀ ਰਹੀ। ਠੀਕ ਹੈ, ਇਹ ਦੋਨਾਂ ਦਾ ਮਤਲਬ ਇਹ ਹੈਗਾ ਤੋਂ, ਇਹ ਹੈਗਾ ਉੱਤੇ। ਗ੍ਰਿਜ਼ਲੀ ਗ੍ਰੈਬਡ ਹਿਮ ਬਾਈ ਬੋਥ ਹੈਂਡਸ। ਗ੍ਰਿਜ਼ਲੀ ਨੇ ਉਹਨੂੰ ਦੋਨੋਂ ਹੱਥਾਂ ਨਾਲ ਫੜਿਆ, ਰਿਛ ਨੇ, ਜਾਂ ਗ੍ਰਿਜ਼ਲੀ ਗ੍ਰੈਬਡ ਹਿਮ ਵਿਦ ਬੋਥ ਹੈਂਡਸ। ਇੱਥੇ ਅਸੀਂ ਕਹਿ ਸਕਦੇ ਹਾਂ ਦੋਨਾਂ ਹੱਥਾਂ ਨਾਲ ਫੜਿਆ, ਇਹ ਵੀ ਦੋਨੋਂ ਹੱਥਾਂ ਨਾਲ, ਦੋਨੋਂ ਬਾਈ ਵੀ ਆ ਜਾਏਗਾ ਤੇ ਵਿਦ ਦੋਨੋਂ ਚੱਲਣਗੇ, ਦੋਨੋਂ ਪ੍ਰੈਪੋਜੀਸ਼ਨ ਠੀਕ ਨੇ। ਠੀਕ ਹੈ, ਅੱਗੇ ਚਲੀਏ। ਸ਼ੀ ਸਕਵੀਜ਼ਡ ਹਿਮ ਅਗੇਂਸਟ ਹਰ ਚੈਸਟ। ਉਹਨੇ ਉਹਨੂੰ ਆਪਣੀ ਛਾਤੀ ਨਾਲ ਘੁੱਟਿਆ। ਸਕਵੀਜ਼ ਬਣਿਆ ਹੁੰਦਾ ਦੱਬਣਾ, ਨਿਚੋੜਨਾ, ਜਿੱਦਾਂ ਸਕਵੀਜ਼ ਹੋਣਾ ਦੱਬਣਾ। ਸ਼ੀ ਸਕਵੀਜ਼ਡ ਹਿਮ ਅਗੇਂਸਟ ਹਰ ਚੈਸਟ। ਉਹਨੇ ਉਹਨੂੰ ਆਪਣੀ ਛਾਤੀ ਦੇ ਨਾਲ ਘੁੱਟਿਆ। ਬਾਬ ਬਸਟ ਇਨਟੂ ਟੀਅਰਸ ਅਰਥਾਤ ਬਾਰਬ ਫੁੱਟ ਫੁੱਟ ਕੇ ਰੋਣ ਲੱਗ ਪਈ, ਉਹਦੇ ਹੰਝੂ ਆਉਣ ਲੱਗ ਗਏ। ਬਸਟ ਇਨਟੂ ਟੀਅਰਸ ਮੈਨੇ ਮਤਲਬ ਕਿ ਰੋ ਕੇ ਹੰਝੂ ਕੇਰਨ ਲੱਗ ਗਈ। ਦੇਅਰ ਵਾਜ਼ ਨੋ ਟਾਈਮ ਟੂ ਫੀਅਰ ਜਾਂ ਦੇਅਰ ਵਾਜ਼ ਨੋ ਟਾਈਮ ਫॉर ਫੀਅਰ। ਟੂ ਫੀਅਰ ਇੱਥੇ ਮਤਲਬ ਹੋ ਗਿਆ ਵਰਬ, ਇਹ ਵਰਬ ਹੈਗੀ ਹੈ ਫੀਅਰ, ਤੇ ਇੱਥੇ ਫੀਅਰ ਦਾ ਮਤਲਬ ਹੋ ਗਿਆ ਨਾਊਨ। ਇਹ ਸੰਗਿਆ, ਇਹ ਆਪਣਾ ਨਾਮ ਹੈਗਾ, ਇੱਥੇ ਇਹ ਕਿਰਿਆ ਹੈਗੀ, ਵਰਬ ਹੈਗਾ। ਸੋ ਦੇਅਰ ਵਾਜ਼ ਨੋ ਟਾਈਮ ਟੂ ਫੀਅਰ ਅਰਥਾਤ ਡਰਨ ਲਈ ਕੋਈ ਸਮਾਂ ਨਹੀਂ ਸੀ, ਤੇ ਦੇਅਰ ਵਾਜ਼ ਨੋ ਟਾਈਮ ਫॉर ਫੀਅਰ ਡਰ ਵਾਸਤੇ ਕੋਈ ਸਮਾਂ ਨਹੀਂ ਸੀ। ਇਹ ਕਵਾਂਗੇ ਡਰ ਵਾਸਤੇ ਕੋਈ ਸਮਾਂ ਨਹੀਂ ਸੀ, ਇਹ ਡਰਨ ਲਈ ਕੋਈ ਸਮਾਂ ਨਹੀਂ ਸੀ। ਠੀਕ ਹੈ, ਸੋ ਟੂ ਫੀਅਰ ਡਰਨਾ, ਫॉर ਫੀਅਰ ਡਰ ਲਈ, ਡਰ ਵਾਸਤੇ। ਦੇਅਰ ਵਾਜ਼ ਨੋ ਟਾਈਮ ਡਰ ਵਾਸਤੇ ਕੋਈ ਸਮਾਂ ਨਹੀਂ ਸੀ। ਟੂ ਫੀਅਰ ਦੇਅਰ ਵਾਜ਼ ਨੋ ਟਾਈਮ ਡਰਨ ਲਈ ਕੋਈ ਸਮਾਂ ਨਹੀਂ ਸੀ। ਸੋ ਅਰਥ ਸੇਮ ਨੇ, ਲਿਖਣ ਦਾ ਲਹਿਜ਼ਾ ਜਿਹੜਾ ਵੱਖਰਾ ਵੱਖਰਾ ਹੈ। ਇੱਥੇ ਟੂ ਫੀਅਰ ਜਿਹੜਾ ਹੈਗਾ ਇਹ ਇੱਕ ਕਿਸਮ ਦਾ ਹੈਗਾ, ਇਹ ਵਰਬ ਹੈਗੀ ਹੈ, ਤੇ ਫॉर ਫੀਅਰ, ਫੀਅਰ ਇੱਥੇ ਨਾਊਨ ਹੈਗਾ। ਬਾਬ ਡਿਡ ਨੋਟ ਗਿਵ ਅਪ ਔਨ ਮੈਲਕੌਮ। ਗਿਵ ਅਪ ਹੁੰਦਾ ਤਿਆਗ ਦੇਣਾ, ਛੱਡ ਦੇਣਾ, ਹਥਿਆਰ ਸੁੱਟ ਦੇਣੇ। ਔਨ ਜਿਲੇ ਹੋਵੇ ਔਨ ਸਮਥਿੰਗ ਮਤਲਬ ਕਿ ਉਹਦੀ ਮਦਦ ਕਰਨ ਤੋਂ ਹਟ ਜਾਣਾ,
ਜਾਂ ਉਹ ਕੰਮ ਕਰਨ ਤੋਂ ਹਟ ਜਾਣਾ। ਬਾਬ ਡਿਡ ਨੋਟ ਗਿਵ ਅਪ ਔਨ ਮੈਲਕਮ, ਅਰਥਾਤ ਬਾਬ ਨੇ ਮੈਲਕਮ ਦਾ ਸਾਥ ਨਹੀਂ ਛੱਡਿਆ, ਉਹਦੀ ਮਦਦ ਲਈ ਟਰਾਈ ਕਰਦੀ ਰਹੀ। ਡਿਡ ਨੋਟ ਗਿਵ ਅਪ ਔਨ ਮੈਲਕਮ, ਅਰਥਾਤ ਉਹਨੇ ਮੈਲਕਮ ਨੂੰ ਬਚਾਉਣ ਦੀ ਆਸ ਨਹੀਂ ਛੱਡੀ, ਉਹਨੂੰ ਉੱਥੇ ਇਕੱਲੇ ਨੂੰ ਛੱਡ ਕੇ ਨਹੀਂ ਗਈ। ਡਿਡ ਨੋਟ ਗਿਵ ਅਪ ਔਨ ਮੈਲਕਮ, ਅਰਥਾਤ ਮੈਲਕਮ ਵਾਸਤੇ ਜੋ ਜਦੋਜਹਿਦ ਕਰ ਰਹੀ ਸੀ ਉਹ ਕਰਦੀ ਰਹੀ, ਉਹਨੂੰ ਛੱਡਿਆ ਨਹੀਂ ਉਹਨੇ। ਅਗਲੀ ਐਕਸਰਸਾਈਜ਼, ਨੋਬਡੀ ਵਾਰਨਡ ਅਸ, ਵਾਰਨਡ ਮੈਨੇ ਸਾਨੂੰ ਕਿਸੇ ਨੇ ਸਾਵਧਾਨ ਨਹੀਂ ਕੀਤਾ। ਨੋਬਡੀ ਵਾਰਨਡ ਅਸ, ਸਾਨੂੰ ਕਿਸੇ ਨੇ ਸਾਵਧਾਨ ਨਹੀਂ ਕੀਤਾ ਅਬਾਊਟ, ਬਾਰੇ, ਦੀ ਡੇਂਜਰਸ ਆਫ ਪੋਲਿਊਸ਼ਨ, ਅਰਥਾਤ ਪ੍ਰਦੂਸ਼ਣ ਦੇ ਖਤਰਿਆਂ ਬਾਰੇ, ਅਬਾਊਟ ਬਾਰੇ ਕਿਸੇ ਨੇ ਸਾਨੂੰ ਸਾਵਧਾਨ ਨਹੀਂ ਕੀਤਾ, ਕਿਸੇ ਨੇ ਸਾਨੂੰ ਚੇਤਾਵਨੀ ਨਹੀਂ ਦਿੱਤੀ। ਹੀ ਨੈਵਰ ਥਾਟ, ਉਹਨੇ ਕਦੀ ਨਹੀਂ ਸੋਚਿਆ, ਆਈ ਵੁੱਡ ਬੀ ਰੈਡੀ ਫॉर द ਚੈਲੰਜ, ਕਿ ਮੈਂ ਉਸ ਵੰਗਾਰ ਲਈ ਤਿਆਰ ਰਵਾਂਗਾ, ਉਸ ਲਈ ਵੰਗਾਰ ਲਈ ਤਿਆਰ ਹੋਵਾਂਗਾ, ਉਹਨੇ ਇਹ ਨਹੀਂ ਸੋਚਿਆ ਸੀ। ਅਰਥਾਤ ਉਹ ਹੈਰਾਨ ਹੋਇਆ ਜਦੋਂ ਉਹਨੇ ਮੇਰਾ ਵਰਤਾਰਾ ਦੇਖਿਆ ਕਿ ਮੈਂ ਉਸ ਵੰਗਾਰ ਨੂੰ ਕਬੂਲ ਕਰ ਲਿਆ ਹੈ। ਆਈ ਵੁੱਡ ਬੀ ਰੈਡੀ ਫॉर द ਚੈਲੰਜ, ਹੀ ਨੈਵਰ ਥਾਟ, ਉਹਨੇ ਕਦੀ ਸੋਚਿਆ ਨਹੀਂ ਸੀ। ਦੀ ਨਿਊ ਲਾਅ, ਨਵਾਂ ਲਾਅ, ਪ੍ਰੋਹੀਬਿਟਸ, ਰੋਕਦਾ ਹੈ, ਅਸ, ਸਾਨੂੰ, ਫਰੋਮ ਡਰਿੰਕਿੰਗ ਵਾਈਲ ਡਰਾਈਵਿੰਗ, ਅਰਥਾਤ ਡਰਾਈਵਿੰਗ ਕਰਦੇ ਹੋਏ ਪੀਣ ਤੋਂ, ਸ਼ਰਾਬ ਪੀਣ ਤੋਂ ਨਵਾਂ ਲਾਅ ਸਾਨੂੰ ਰੋਕਦਾ ਹੈ। ਸੋ ਬੱਚਿਓ ਇਹ ਤੇ ਲਾਅ ਹੈਗਾ, ਪਰ ਸਿਆਣਪ ਇਹ ਕਹਿੰਦੀ ਹੈ ਸਾਨੂੰ ਕਦੀ ਵੀ ਨਹੀਂ ਪੀਣੀ ਚਾਹੀਦੀ। ਪੀ ਕੇ ਲੀਵਰ ਖਰਾਬ ਹੁੰਦਾ ਹੈ, ਬੀਪੀ ਵੱਧਦਾ ਹੈ, ਹਾਰਟ ਅਟੈਕ ਹੁੰਦਾ ਹੈ, ਸ਼ੂਗਰ ਵੱਧਦੀ ਹੈ, ਜੌਂਡਿਸ ਹੁੰਦਾ, ਬਹੁਤ ਸਾਰੀਆਂ ਬਿਮਾਰੀਆਂ, ਬਹੁਤ ਸਾਰੇ ਕਲੇਸ਼, ਘਰਾਂ ਦੇ ਪੈਸੇ ਦਾ ਨੁਕਸਾਨ, ਸਿਹਤ ਦਾ ਨੁਕਸਾਨ, ਸਮਾਜ ਵਿੱਚ ਇੱਜ਼ਤ ਦਾ ਫਲੂਦਾ ਬਣਦਾ ਹੈ, ਬੰਦੇ ਦਾ ਜਲੂਸ ਨਿਕਲਦਾ, ਲੋਕੀ ਅਮਲੀ ਕਹਿੰਦੇ ਨੇ, ਸ਼ਰਾਬੀ ਕਹਿੰਦੇ ਨੇ। ਸੋ ਬੱਚਿਓ ਇਹਨਾਂ ਗੱਲਾਂ ਤੋਂ ਬਚ ਕੇ ਰਹਿਣਾ। ਇਹ ਤੇ ਕਾਨੂੰਨ ਹੈਗਾ, ਕਾਨੂੰਨ ਸਾਨੂੰ ਕੋਈ ਚੰਗਾ ਇਨਸਾਨ ਬਣਾਉਣ ਲਈ ਨਹੀਂ ਹੁੰਦੇ, ਕਾਨੂੰਨ ਤੇ ਜੋ ਆਪਣਾ ਇੱਕ ਪ੍ਰਬੰਧ ਚਲਾਉਣਾ ਹੈ ਸਮਾਜ ਦਾ, ਉਹਦੇ ਲਈ ਹੁੰਦੇ ਨੇ। ਸੋ ਕਾਨੂੰਨ ਇਸ ਕਰਕੇ ਬਣਿਆ ਹੈ ਕਿ ਜਿਹੜੇ ਬੰਦਾ ਦਾਰੂ ਪੀ ਕੇ ਗੱਡੀ ਚਲਾਉਂਦਾ ਹੈ ਤੇ ਆਪਣੇ ਆਪ ਨੂੰ ਵੀ ਖਤਰੇ 'ਚ ਪਾਉਂਦਾ ਹੈ ਤੇ ਐਕਸੀਡੈਂਟ ਕਰਕੇ ਦੂਜੇ ਨੂੰ ਵੀ ਖਤਰੇ ਵਿੱਚ ਪਾਉਂਦਾ ਹੈ, ਇਹ ਕਾਨੂੰਨ ਹੈਗਾ, ਠੀਕ ਹੈ। ਪਰ ਜੋ ਸਿਆਣਪ ਹੈਗੀ ਹੈ, ਜੋ ਸਿਆਣਿਆਂ ਨੇ ਕਿਹਾ, ਗੁਰੂਆਂ ਨੇ ਸਮਝਾਇਆ ਕਿ ਸਾਨੂੰ ਕਦੀ ਵੀ ਸ਼ਰਾਬ ਨਹੀਂ ਪੀਣੀ ਚਾਹੀਦੀ, ਠੀਕ ਹੈ। ਸੋ ਵਿਲ ਯੂ ਵੇਟ ਫॉर योर ਟਰਨ, ਟਰਨ ਮੈਨੇ ਵਾਰੀ, ਵਿਲ ਯੂ ਵੇਟ ਫॉर योर ਟਰਨ। ਅਗਰ ਬੰਦਾ ਕੋਈ ਕਾਹਲੀ ਕਰ ਰਿਹਾ ਹੈ, ਮੋਰੇ ਹੋ ਰਿਹਾ ਹੈ, ਤੇ ਉਹ ਬੰਦਾ ਫਿਰ ਜਿਹੜਾ ਰਿਸੈਪਸ਼ਨ ਤੇ ਬੈਠਾ ਹੁੰਦਾ ਉਹ ਕਹਿੰਦਾ ਵਿਲ ਯੂ ਵੇਟ ਫॉर योर ਟਰਨ, ਕੀ ਭਾਜੀ ਤੁਸੀਂ ਆਪਣੀ ਵਾਰੀ ਦੀ ਉਡੀਕ ਕਰੋਗੇ, ਅਰਥਾਤ ਵੀ ਤੁਸੀਂ ਆਪਣੀ ਵਾਰੀ ਦੇ ਹਿਸਾਬ ਦੇ ਨਾਲ ਆਓ। ਸੋ ਵਿਲ ਯੂ ਵੇਟ ਫॉर योर ਟਰਨ, ਕੀ ਤੁਸੀਂ ਆਪਣੀ ਵਾਰੀ ਦੀ ਉਡੀਕ ਕਰੋਗੇ। ਦੀ ਟੀਚਰ ਹੈਂਡਡ ਓਵਰ ਦੀ ਆਂਸਰ ਸ਼ੀਟਸ ਟੂ ਦੀ ਸਟੂਡੈਂਟਸ, ਹੈਂਡ ਓਵਰ ਮੈਨੇ ਦੇਣਾ, ਟੀਚਰ ਨੇ ਆਂਸਰ ਸ਼ੀਟਸ ਨੂੰ ਦਿੱਤਾ, ਹੈਂਡ ਓਵਰ ਕਰ ਦਿੱਤਾ, ਹੈਂਡ ਓਵਰ ਟੂ ਦੀ ਸਟੂਡੈਂਟਸ, ਵਿਦਿਆਰਥੀਆਂ ਨੂੰ ਆਂਸਰ ਸ਼ੀਟਸ ਦਿੱਤੀਆਂ। ਪ੍ਰਾਈਮ ਮਿਨਿਸਟਰ ਵਾਜ਼ ਵੈਰੀ ਕੀਨ ਔਨ ਰਿਫਾਰਮਸ, ਕੀਨ ਤੋਂ ਬਾਅਦ ਔਨ ਆਉਂਦਾ, ਰਿਫਾਰਮਸ ਮੈਨੇ ਸੁਧਾਰ, ਕੀਨ ਮੈਨੇ ਜਗਿਆਸੂ, ਉਤਸੁਕ, ਉਤਸ਼ਾਹ ਭਰਪੂਰ ਜਾਂ ਬਹੁਤ ਕਾਲਾ। ਸੋ ਪ੍ਰਾਈਮ ਮਿਨਿਸਟਰ ਵਾਜ਼ ਵੈਰੀ ਕੀਨ ਔਨ ਰਿਫਾਰਮਸ, ਉਸ ਸੁਧਾਰ ਲਈ ਉਹ ਬਹੁਤ ਉਤਸ਼ਾਹਿਤ ਸੀਗੇ। BMW ਇੱਕ ਕੰਪਨੀ ਹੈਗੀ ਹੈ ਜੋ ਗੱਡੀਆਂ ਬਣਾਉਂਦੀ ਹੈ, ਇੰਜਨ ਬਣਾਉਂਦੀ ਹੈ। BMW ਹੈਜ਼ ਰਿਕਾਲਡ ਮੈਨੇ ਵਾਪਸ ਬੁਲਾ ਲਿਆ ਹੈ, ਮੈਨੀ ਕਾਰਸ, ਬਹੁਤ ਸਾਰੀਆਂ ਕਾਰਾਂ ਨੂੰ, ਬਿਕੋਜ਼ ਆਫ ਸਮ ਟੈਕਨੀਕਲ ਫਾਲਟ, ਟੈਕਨੀਕਲ ਮੈਨੇ ਤਕਨੀਕੀ, ਫਾਲਟ ਮੈਨੇ ਨੁਕਸ, ਕਿਸੇ ਤਕਨੀਕੀ ਨੁਕਸ ਦੇ ਕਰਕੇ BMW ਨੇ ਬਹੁਤ ਸਾਰੀ ਕਾਰਾਂ ਨੂੰ ਵਾਪਸ ਮੰਗਵਾ ਲਿਆ ਹੈ। ਅਰਥਾਤ ਜਿਹੜੀਆਂ ਕਾਰਾਂ ਵੇਚੀਆਂ ਗਈਆਂ ਸੀ, ਲੋਕਾਂ ਨੂੰ ਕਿਹਾ ਤੁਸੀਂ ਮੋੜ ਦਿਓ, ਇਹਨੂੰ ਠੀਕ ਕਰਕੇ ਅਸੀਂ ਫਿਰ ਤੁਹਾਨੂੰ ਦੇਵਾਂਗੇ। ਸੋ ਬਾਅਦ ਚੋਂ ਕੇਵਲ ਪਤਾ ਲੱਗਦਾ ਕਿ ਇਹ ਚੀਜ਼ ਵਿੱਚ ਨੁਕਸ ਰਹਿ ਗਿਆ। ਰਿਕਾਲਡ ਬਣੇ ਹੁੰਦਾ ਹੈ ਵਾਪਸ ਬੁਲਾਉਣਾ। ਸੋ ਬਿਕੋਜ਼ ਤੋਂ ਬਾਅਦ ਆਏਗਾ ਬਿਕੋਜ਼ ਆਫ, ਕਿਹਦੇ ਕਰਕੇ, ਸਮ ਟੈਕਨੀਕਲ ਫਾਲਟ, ਅਰਥਾਤ ਕੋਈ ਤਕਨੀਕੀ ਨੁਕਸ ਕਰਕੇ। ਦੀ ਪੁਲਿਸਮੈਨ ਵਾਜ਼ ਵਾਕਿੰਗ ਅਲੋਂਗ ਦੀ ਸਟਰੀਟ ਐਟ ਨਾਈਟ, ਜਿਹੜਾ ਪੁਲਿਸਮੈਨ ਸੀਗਾ ਉਹ ਗਲੀ ਦੇ ਨਾਲ ਰਾਤੀ ਤੁਰ ਰਿਹਾ ਸੀ, ਜਾਂ ਅਲੋਂਗ ਕਹਿ ਸਕਦੇ ਜਾਂ ਇਨ, ਗਲੀ ਵਿੱਚ ਤੁਰ ਰਿਹਾ ਸੀ। ਅਲੋਂਗ ਮੈਨੇ ਗਲੀ ਦੇ ਨਾਲ, ਇਨ ਮੈਨੇ ਗਲੀ ਦੇ ਵਿੱਚ, ਅਰਥ ਦੋਨੋਂ ਠੀਕ ਨੇ ਤੇ ਭਾਵ ਅਰਥ ਵੀ ਇੱਕੋ ਜਿਹੇ ਨੇ। ਦੀ ਪੁਲਿਸਮੈਨ ਵਾਜ਼ ਵਾਕਿੰਗ ਇਨ ਦੀ ਸਟਰੀਟ ਐਟ ਨਾਈਟ, ਅਰਥਾਤ ਰਾਤ ਨੂੰ ਪੁਲਿਸਮੈਨ ਜਿਹੜਾ ਸੀ ਉਹ ਗਲੀ ਵਿੱਚ ਤੁਰ ਰਿਹਾ ਸੀ। ਪੀਪਲ ਆਫ ਇੰਡੀਆ ਨੋ, ਅਰਥਾਤ ਭਾਰਤ ਦੇ ਲੋਕ ਜਾਣਦੇ ਹਨ, ਹਾਊ ਟੂ ਵੈਲਕਮ ਅ ਗੈਸਟ, ਕਿਸੇ ਪ੍ਰਾਹੁਣੇ ਨੂੰ ਜੀ ਆਇਆਂ ਕਿਵੇਂ ਕਹਿਣਾ ਹੈ। ਗੈਸਟ ਮੈਨੇ ਪ੍ਰਾਹੁਣਾ, ਵੈਲਕਮ ਮੈਨੇ ਜੀ ਆਇਆਂ ਕਹਿਣਾ, ਟੂ ਵੈਲਕਮ ਮੈਨੇ ਜੀ ਆਇਆਂ ਕਹਿਣਾ, ਠੀਕ ਹੈ। ਸਵਾਮੀ ਵਿਵੇਕਾਨੰਦ ਇਨਫਲੂਐਂਸਡ ਮਿਲੀਅਨਸ ਆਫ ਪੀਪਲ ਇਨ ਦਾ ਵਰਲਡ, ਅਰਥਾਤ ਸਵਾਮੀ ਵਿਵੇਕਾਨੰਦ ਨੇ ਲੱਖਾਂ ਲੋਕਾਂ ਤੇ ਆਪਣਾ ਪ੍ਰਭਾਵ ਪਾਇਆ, ਦੁਨੀਆ ਵਿੱਚ ਕਈ ਲੋਕਾਂ ਤੇ ਪ੍ਰਭਾਵ ਪਾਇਆ। ਅੱਗੇ ਚਲੀਏ। ਹੀ ਵਾਜ਼ ਲੁਕਿੰਗ ਐਟ ਦੀ ਬੋਰਡ, ਉਹ ਬੋਰਡ ਤੇ ਦੇਖ ਰਿਹਾ ਸੀ, ਇਹਦੇ ਬੋਰਡ ਨਾਲ ਬਲੈਕ ਬੋਰਡ,
ਉਹ ਬਲੈਕ ਬੋਰਡ ਤੇ ਦੇਖ ਰਿਹਾ ਸੀ ਜਾਂ ਬਲੈਕ ਬੋਰਡ ਵੱਲ ਦੇਖ ਰਿਹਾ ਸੀ। ਦੀ ਹੇਜ਼ ਮੈਨੇ ਗੁਬਾਰ, ਗੈਰ ਜਿਹੜੀ ਨਾ ਗੈਰ ਉੱਠਦੀ ਹੈ ਜਦੋਂ ਮਿੱਟੀ, ਜਦੋਂ ਬਹੁਤ ਹਨੇਰੀ ਹੁੰਦੀ ਹੈ ਤੇ ਬੱਚੋ ਕਈ ਵਾਰ ਨਾ ਅਸੀਂ ਦੇਖਦੇ ਹਾਂ ਗੈਰ ਆ ਜਾਂਦੀ ਹੈ ਵੀ ਬੜੇ ਬੜੇ ਛੋਟੇ ਛੋਟੇ ਬਰੀਕ ਕਣ ਮਿੱਟੀ ਦੇ ਹਵਾ 'ਚ ਲਟਕੇ ਰਹਿੰਦੇ ਨੇ, ਔਰ ਧੁੰਦ ਨਾਲੋਂ ਵੱਖਰੇ ਹੁੰਦੇ ਨੇ। ਧੁੰਦ ਤੇ ਹੁੰਦੀ ਹੈ ਜਿਹੜੀ ਪਾਣੀ ਦੀਆਂ ਬੂੰਦਾਂ ਨੇ ਉਹ ਗੈਸ ਬਣ ਗਈ ਹੁੰਦੀ, ਵੇਪਰ ਹੁੰਦਾ ਉਹ ਨਾਲ ਧੁੰਦ ਬਣਦੀ ਹੈ। ਹੇਜ਼ ਹੁੰਦੀ ਹੈ ਮਿੱਟੀ ਜਦ ਉੱਡ ਕੇ ਹਵਾ ਵਿੱਚ ਲਟਕ ਜਾਂਦੀ ਹੈ ਤੇ ਉਹਨੂੰ ਕਹਿੰਦੇ ਹੇਜ਼। ਦੀ ਹੇਜ਼ ਪ੍ਰੀਵੈਂਟਡ ਮੀ ਫਰੋਮ ਸੀਇੰਗ ਦੀ ਟ੍ਰੇਨ, ਅਰਥਾਤ ਗੈਰ ਕਰਕੇ, ਗੁਬਾਰ ਨੇ ਮੈਨੂੰ ਟ੍ਰੇਨ ਦੇਖਣ ਤੋਂ ਰੋਕਿਆ, ਅਰਥਾਤ ਮੈਨੂੰ ਗੈਰ ਕਰਕੇ ਟ੍ਰੇਨ ਨਹੀਂ ਦਿਸੀ। ਪ੍ਰੀਵੈਂਟਡ ਮੀ ਮੈਨੂੰ ਰੋਕਿਆ ਕਾਹਤੋਂ, ਫਰੋਮ ਸੀਇੰਗ ਦੀ ਟ੍ਰੇਨ ਦੇਖਣ ਤੋਂ, ਅਰਥਾਤ ਗੈਰ ਕਰਕੇ, ਗੁਬਾਰ ਕਰਕੇ ਮੈਂ ਟ੍ਰੇਨ ਗੱਡੀ ਨਹੀਂ ਦੇਖ ਸਕਿਆ। ਸ਼ੀ ਕੰਪਲੇਨਡ ਆਫ ਅ ਹੈਡੇਕ, ਉਹਨੇ ਸਿਰ ਦਰਦ ਦੀ ਸ਼ਿਕਾਇਤ ਕੀਤੀ। I could not agree to his proposal ਮੈਨੇ ਸੁਝਾਅ, ਇੱਥੇ to ਵੀ ਆ ਸਕਦਾ ਹੈ with ਵੀ ਆ ਸਕਦਾ ਹੈ, ਦੋਨੋਂ ਚੱਲਦੇ ਨੇ। I could not agree to his proposal ਜਾਂ I could not agree with his proposal, ਅਰਥਾਤ ਮੈਂ ਉਹਦੇ ਸੁਝਾਅ ਦੇ ਨਾਲ ਸਹਿਮਤ ਨਾ ਹੋ ਸਕਿਆ। There is no exception to rules of traffic, ਅਰਥਾਤ ਜੋ ਟ੍ਰੈਫਿਕ ਦੇ ਨਿਯਮ ਨੇ ਉਹਨਾਂ ਲਈ ਕੋਈ ਛੋਟ ਨਹੀਂ ਹੈ, ਐਕਸੈਪਸ਼ਨ ਨਹੀਂ ਹੈ। There is no exception, ਕੋਈ ਐਸੀ ਗੱਲ ਨਹੀਂ ਹੈ ਵੀ ਅਸੀਂ ਕਹਿ ਦਈਏ ਕਿ ਇਹ ਬੰਦੇ ਉੱਤੇ ਕਾਨੂੰਨ ਲਾਗੂ ਹੁੰਦਾ, ਇਸ ਬੰਦੇ ਤੇ ਲਾਗੂ ਨਹੀਂ ਹੁੰਦਾ। ਕਿਸੇ ਬੰਦੇ ਲਈ there is no exception to rules of traffic, ਕਿਸੇ ਵੀ ਬੰਦੇ ਲਈ ਟ੍ਰੈਫਿਕ ਦੇ ਨਿਯਮਾਂ ਤੋਂ ਛੋਟ ਨਹੀਂ ਹੈ। They fought, ਉਹ ਲੜੇ, to the last round, ਇਹ ਕੋਈ ਖੇਡ ਦੀ ਗੱਲ ਹੋ ਰਹੀ ਹੈ, ਖੇਡ 'ਚ ਰਾਊਂਡ ਹੁੰਦੇ ਨੇ, ਪਹਿਲਾ ਰਾਊਂਡ, ਦੂਜਾ ਰਾਊਂਡ। ਦੇ ਮੈਨੇ ਜਿਹੜੇ ਟੀਮ ਦੇ ਮੈਂਬਰ ਹੋਣਗੇ, ਦੇ ਫੌਟ ਮੈਨੇ ਲੜੇ, ਅਰਥਾਤ ਬੜੀ ਜੱਦੋਜਹਿਦ ਕੀਤੀ, ਪੂਰੀ ਦਲੇਰੀ ਦੇ ਨਾਲ, ਪੂਰੇ ਜੋਸ਼ ਦੇ ਨਾਲ, ਪੂਰੀ ਹਿੰਮਤ ਦੇ ਨਾਲ ਉਹਨਾਂ ਨੇ ਖੇਡ ਖੇਡੀ। ਟੂ ਦੀ ਲਾਸਟ ਰਾਊਂਡ, ਅਰਥਾਤ ਉਹ ਅਖੀਰਲੇ ਰਾਊਂਡ ਤੱਕ ਲੜੇ। ਸਵਾਮੀਜ਼ ਫਾਦਰ ਵਾਜ਼ ਸ਼ੌਕਡ ਐਟ ਹਿਜ਼ ਬਿਹੇਵੀਅਰ, ਸ਼ੌਕਡ ਮੈਨੇ ਦੰਗ ਰਹਿ ਗਿਆ, ਅਚੰਭਿਤ, ਬਿਲਕੁਲ ਹੈਰਾਨ, ਮਤਲਬ ਕਿ ਜਿਹੜਾ ਇੱਕ ਝਟਕਾ ਜਿਹਾ ਲੱਗੇ। ਐਟ ਹਿਜ਼ ਬਿਹੇਵੀਅਰ, ਉਹਦੇ ਵਰਤਾਰੇ ਤੇ, ਉਹਦੇ ਵਿਹਾਰ ਤੇ। ਸਵਾਮੀਜ਼ ਫਾਦਰ ਵਾਜ਼ ਸ਼ੌਕਡ ਐਟ ਹਿਜ਼ ਬਿਹੇਵੀਅਰ, ਜੋ ਸਵਾਮੀ ਦਾ ਪਿਤਾ ਸੀਗਾ ਉਹ ਉਹਦੇ ਵਿਹਾਰ ਤੇ ਦੰਗ ਰਹਿ ਗਿਆ। ਆਈ ਇਨਸਿਸਟ ਔਨ ਹਿਜ਼ ਸਪੀਕਿੰਗ ਦੀ ਟਰੁੱਥ, ਆਈ ਇਨਸਿਸਟ ਹੁੰਦਾ ਬੱਚਿਓ, ਮੈਂ ਇਸ ਗੱਲ ਦੀ, ਮਤਲਬ ਕਿ ਮੈਂ ਇਸ ਗੱਲ ਨੂੰ ਯਕੀਨੀ ਬਣਾਉਣਾ ਜਾਂ ਇਸ ਗੱਲ ਤੇ ਮੈਂ ਇਸ ਗੱਲ ਤੇ ਅੜਿਆ ਹੋਇਆ। ਅੜਨਾ, ਇਨਸਿਸਟ ਔਨ ਕਹਿੰਦੇ ਆਪਾਂ, ਮੈਂ ਇਸ ਗੱਲ ਤੇ ਅੜਿਆ ਹੋਇਆ। ਹਿਜ਼ ਸਪੀਕਿੰਗ ਦਾ ਟਰੁੱਥ, ਅਰਥਾਤ ਮੈਂ ਉਹਦੇ ਸੱਚ ਬੋਲਣ ਤੇ ਅੜਿਆ ਹੋਇਆ ਵੀ, ਅਰਥਾਤ ਜਦ ਤੱਕ ਉਹ ਸੱਚ ਨਹੀਂ ਬੋਲਦਾ ਮੈਂ ਉਹਦਾ ਪਿੱਛਾ, ਉਹਦਾ ਖਹਿੜਾ ਨਹੀਂ ਛੱਡਣਾ। ਆਈ ਇਨਸਿਸਟ ਔਨ ਹਿਜ਼ ਸਪੀਕਿੰਗ ਦੀ ਟਰੁੱਥ, ਅਰਥਾਤ ਮੇਰੀ ਇਹ ਜਿੱਦ ਹੈਗੀ ਹੈ, ਮੇਰੀ ਇਹ ਅੜੀ ਹੈ ਕਿ ਉਹ ਸੱਚ ਬੋਲੇ। ਇਹਦਾ ਮਤਲਬ ਪੰਜਾਬੀ 'ਚ ਅਸੀਂ ਇੱਦਾਂ ਕਹਾਂਗੇ ਕਿ ਮੇਰੀ ਇਹ ਜਿੱਦ ਹੈ ਕਿ ਉਹ ਸੱਚ ਬੋਲੇ, ਤੇ ਇੰਗਲਿਸ਼ ਕਿੱਦਾਂ ਕਹਾਂਗੇ, ਆਈ ਇਨਸਿਸਟ ਔਨ, ਇਨਸਿਸਟ ਤੋਂ ਬਾਅਦ ਹਮੇਸ਼ਾ ਔਨ ਆਉਂਦਾ, ਯਾਦ ਰੱਖਣਾ। ਆਈ ਇਨਸਿਸਟ ਔਨ ਹਿਜ਼ ਸਪੀਕਿੰਗ ਦੀ ਟਰੁੱਥ। ਹੀ ਵਾਜ਼ ਸੌਰੀ ਫॉर ਦੀ ਡਿਲੇ, ਸੌਰੀ ਤੋਂ ਬਾਅਦ ਫॉर ਆਉਂਦਾ ਹੈ, ਹੀ ਵਾਜ਼ ਸੌਰੀ ਫॉर ਦੀ ਡਿਲੇ, ਡਿਲੇ ਮੈਨੇ ਦੇਰੀ, ਉਹ ਦੇਰੀ ਲਈ ਸੌਰੀ ਸੀ, ਅਰਥਾਤ ਉਹਨੇ ਦੇਰੀ ਲਈ ਮਾਫੀ ਮੰਗੀ। ਮਾਈ ਫਰੈਂਡ ਇਜ਼ ਅ ਪ੍ਰੋਫੈਸਰ, ਪ੍ਰੋਫੈਸਰ ਪਤਾ ਬੱਚੇ ਕੌਣ ਹੁੰਦਾ ਹੈ, ਉਹ ਟੀਚਰ ਜੋ ਕਾਲਜਾਂ ਵਿੱਚ ਪੜ੍ਹਾਉਂਦਾ, ਉਹਨੂੰ ਅਸੀਂ ਪ੍ਰੋਫੈਸਰ ਕਹਿ ਦਿੰਦੇ ਹਾਂ। ਤੇ ਪ੍ਰੋਫੈਸ਼ਨ ਮਤਲਬ ਕਿ ਨੌਕਰੀ, ਜੌਬ। ਸੋ ਮਾਈ ਫਰੈਂਡ ਇਜ਼ ਅ ਪ੍ਰੋਫੈਸਰ ਵਿਦਾਊਟ ਅ ਪ੍ਰੋਫੈਸ਼ਨ, ਅਰਥਾਤ ਮੇਰਾ ਦੋਸਤ ਨੌਕਰੀ ਤੋਂ ਬਿਨਾਂ ਵਾਲਾ ਪ੍ਰੋਫੈਸਰ ਹੈ, ਅਰਥਾਤ ਹੈਗਾ ਤਾਂ ਪ੍ਰੋਫੈਸਰ ਹੈ, ਉਹਦੀ ਲਿਆਕਤ ਹੈਗੀ ਹੈ ਪ੍ਰੋਫੈਸਰ ਦੀ, ਵਿਦਾਊਟ ਆ ਪ੍ਰੋਫੈਸ਼ਨ, ਪਰ ਇਸ ਵੇਲੇ ਉਹਦੇ ਕੋਲ ਕੋਈ ਨੌਕਰੀ ਨਹੀਂ ਹੈਗੀ, ਕੋਈ ਜੌਬ ਨਹੀਂ ਹੈਗਾ। ਸੋ ਮਾਈ ਫਰੈਂਡ ਇਜ਼ ਅ ਪ੍ਰੋਫੈਸਰ ਵਿਦਾਊਟ ਆ ਪ੍ਰੋਫੈਸ਼ਨ। ਬੜਾ ਇਹ ਬੱਚੇ ਰੋਚਕ ਸੀਗਾ, ਕਿਉਂਕਿ ਪ੍ਰੋਫੈਸਰ ਤੇ ਪ੍ਰੋਫੈਸ਼ਨ ਇਹ ਇੱਕੋ ਸ਼ਬਦ ਤੋਂ ਦੋਨੋਂ ਬਣੇ ਨੇ। ਪ੍ਰੋਫੈਸ ਤੋਂ ਬਣਿਆ ਪ੍ਰੋਫੈਸਰ ਤੇ ਪ੍ਰੋਫੈਸ ਤੋਂ ਬਣਿਆ ਪ੍ਰੋਫੈਸ਼ਨ। ਸੋ ਇਹ ਬੜਾ ਇੰਟਰਸਟਿੰਗ ਸੈਂਟੈਂਸ ਸੀਗਾ। ਇਹਦੇ ਵਿੱਚ ਜਿਹੜਾ ਵਿਦਾਊਟ ਪਾਉਣਾ ਹੈ ਇਹ ਬੜਾ ਇੱਕ ਦਿਮਾਗੀ ਕਿਰਿਆ ਸੀਗੀ, ਇੱਥੇ ਕੀ ਪਾਇਆ ਜਾਵੇ। ਸੋ ਮਾਈ ਫਰੈਂਡ ਇਹ ਬੈਸਟ ਹੈਗਾ, ਮੈਨੂੰ ਇਹੀ ਲੱਗਿਆ, ਮਾਈ ਫਰੈਂਡ ਇਜ਼ ਅ ਪ੍ਰੋਫੈਸਰ ਵਿਦਾਊਟ ਆ ਪ੍ਰੋਫੈਸ਼ਨ। ਸੋ ਪਿਆਰੇ ਵਿਦਿਆਰਥੀਓ, ਐਸੀ ਤੁਹਾਡੀਆਂ ਅਗਲੀਆਂ 3 ਐਕਸਰਸਾਈਜ਼ਿਸ, ਜਿਵੇਂ ਮੈਂ ਪਹਿਲੇ ਕਿਹਾ ਕਿ 11th ਮੈਥ ਦੀ ਪਲੇਲਿਸਟ ਹੈ, ਜਿਹੜੇ ਬੱਚੇ 11ਵੀਂ 'ਚ ਮੈਥ ਵਾਲੇ ਹੈਗੇ ਨੇ ਉਹ ਜ਼ਰੂਰ ਉਹ ਇੱਕ ਵਾਰ ਪਲੇਲਿਸਟ ਨੂੰ ਦੇਖਣ। ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।